ਹਲਕਾ ਸ਼ਾਹਕੋਟ ਚੋਂ ਲੰਘਦੇ ਸਤਲੁਜ ਦਰਿਆ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਹੋਇਆ। ਨਾਜਾਇਜ਼ ਮਾਈਨਿੰਗ ਦਾ ਇੱਕ ਗੋਰਖ ਧੰਦਾ ਪੀਟੀਸੀ ਨਿਊਜ਼ ਦੇ ਕੈਮਰੇ ਦੇ ਵਿੱਚ ਇਸ ਮੌਕੇ ਤੇ ਕੈਦ ਵੀ ਹੋਇਆ। ਲਗਾਤਾਰ ਸੂਬੇ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਜੋ ਸਿਲਸਿਲਾ ਜਾਰੀ ਹੈ ਔਰ ਦੱਸ ਦਈਏ ਕਿ ਹਲਕਾ ਸ਼ਾਹਕੋਟ ਚੋਂ ਲੰਘਦੇ ਸਤਲੁਜ ਦਰਿਆ ਦੇ ਵਿੱਚ ਵੀ ਨਾਜਾਇਜ਼ ਮਾਈਨਿੰਗ ਜਿਹੜੀ ਧੜੱਲੇ ਨਾਲ ਹੋ ਰਹੀ ਹੈ, ਜਿਸ ਦਾ ਪਰਦਾਫਾਸ਼ ਹੋਇਆ ਹੈ। ਨਾਜਾਇਜ਼ ਮਾਈਨਿੰਗ ਦਾ ਇੱਕ ਗੋਰਖ ਧੰਦਾ ਪੀਟੀਸੀ ਨਿਊਜ਼ ਦੇ ਕੈਮਰੇ ਦੇ ਵਿੱਚ ਕੈਦ ਹੋਇਆ। ਅੱਧੀ ਰਾਤ ਵੇਲੇ ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਤੇ ਹਲਕੇ ਦੇ ਲੋਕਾਂ ਦੇ ਨਾਲ ਸਤਲੁਜ ਦਰਿਆ ਨੇੜੇ ਪੁੱਜੀ ਪੀਟੀਸੀ ਨਿਊਜ਼ ਦੀ ਟੀਮ, ਜਿਸ ਵੱਲੋਂ ਇੱਥੇ ਨਾਜਾਇਜ਼ ਮਾਈਨਿੰਗ ਨੂੰ ਆਪਣੀ ਵੀਡੀਓ 'ਚ ਕੈਦ ਕੀਤਾ ਗਿਆ। ਕੈਮਰਾ ਵੇਖ ਕੇ ਮੌਕੇ ਤੋਂ ਭੱਜੇ ਨਾਜਾਇਜ਼ ਮਾਈਨਿੰਗ ਕਰ ਰਹੇ ਕਰਿੰਦੇ। ਦੱਸਦੇ ਕਿ ਮਾਈਨਿੰਗ ਰੁਕਵਾਉਣ ਗਏ ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਤੇ ਲੋਕਾਂ ਤੇ ਹਮਲਾ ਵੀ ਕੀਤਾ ਗਿਆ ਤੇ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ। ਕਰਿੰਦਿਆਂ ਨੇ ਮਾਈਨਿੰਗ ਰੁਕਵਾਉਣ ਗਏ ਲੋਕਾਂ ਨੂੰ ਡਰਾ ਕੇ ਮੌਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਵੱਲੋਂ ਵਾਰ-ਵਾਰ ਫੋਨ ਕਰਨ ਤੇ ਕਰੀਬ ਘੰਟੇ ਮਗਰੋਂ ਖੱਡ ਤੇ ਪੁਲਿਸ ਅਧਿਕਾਰੀ ਪੁੱਜੇ। ਬਚਿੱਤਰ ਕੋਹਾੜ ਨੇ ਰੇਤ ਵਾਲੇ ਭਰੇ 5 ਟਿੱਪਰ ਅਤੇ 2 ਟਰਾਲੀਆਂ ਨੂੰ ਰੋਕ ਕੇ ਫਿਰ ਪੁਲਿਸ ਦੇ ਹਵਾਲੇ ਕੀਤਾ। ਪਰਚਾ ਦਰਜ ਕਰਾਉਣ ਲਈ ਪੌਣੇ 1 ਵਜੇ ਤੱਕ ਥਾਣੇ ਦੇ ਵਿੱਚ ਹਲਕੇ ਦੇ ਲੋਕ ਬੈਠੇ ਰਹੇ, ਪਰ ਡਿਊਟੀ ਅਫਸਰ ਹੀ ਨਹੀਂ ਆਏ। ਦੱਸਦੇ ਕਿ ਅਕਾਲੀ ਦਲ ਨੇ ਸ਼ਾਹਕੋਟ ਦੇ ਵਿਧਾਇਕ ਅਤੇ ਪੁਲਿਸ ਅਧਿਕਾਰੀਆਂ ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਲਗਾਏ ਨੇ। ਤਸਵੀਰਾਂ ਝੂਠ ਨਹੀਂ ਬੋਲ ਰਹੀਆਂ, ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਨਾਜਾਇਜ਼ ਮਾਈਨਿੰਗ ਇੱਥੇ ਹੁੰਦੀ ਵੀ ਨਜ਼ਰ ਆਈ ਹੈ ਔਰ ਕਿਤੇ ਨਾ ਕਿਤੇ ਜੋ ਅਧਿਕਾਰੀ ਨੇ ਉਹ ਸਵਾਲਾਂ ਦੇ ਘੇਰੇ ਵਿੱਚ ਨਜ਼ਰ ਆਏ ਨੇ, ਜਿੱਥੇ ਕਿ ਰਾਤ ਪੌਣੇ 1 ਵਜੇ ਦੇ ਕਰੀਬ ਤੱਕ ਥਾਣੇ ਬੈਠੇ ਰਹੇ ਅਧਿਕਾਰੀ ਜੋ ਅਕਾਲੀ ਆਗੂ ਸਨ ਔਰ ਜੋ ਹਲਕੇ ਦੇ ਲੋਕ ਸਨ, ਲੇਕਿਨ ਡਿਊਟੀ ਅਫਸਰ ਹੀ ਮੌਕੇ ਤੇ ਸ਼ਿਕਾਇਤ ਲਿਖਣ ਨਹੀਂ ਪੁੱਜੇ। ਸੋ ਅਧਿਕਾਰੀਆਂ ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਲੋਕਾਂ ਨੇ, ਇਲਾਕੇ ਦੇ ਲੋਕਾਂ ਨੇ ਲਗਾਏ ਨੇ। ਅਸੀਂ ਕਿ ਸੂਬੇ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਜੋ ਸਿਲਸਿਲਾ ਜਾਰੀ ਹੈ, ਇਸ ਦੀ ਕਈ ਵਾਰ ਸਾਨੂੰ ਖਬਰਾਂ ਦਿਖਾਈਆਂ ਔਰ ਹੁਣ ਜਿਸ ਤਰ੍ਹਾਂ ਦੇ ਨਾਲ ਇੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਗੋਰਖ ਧੰਦਾ ਨਾਜਾਇਜ਼ ਮਾਈਨਿੰਗ ਦਾ ਹੋ ਰਿਹਾ ਹੈ। ਹਲਕਾ ਸ਼ਾਹਕੋਟ ਚੋਂ ਲੰਘਦੇ ਸਤਲੁਜ ਦਰਿਆ ਦੇ ਵਿੱਚ ਇਹ ਨਾਜਾਇਜ਼ ਮਾਈਨਿੰਗ ਦਾ ਜੋ ਪਰਦਾਫਾਸ਼ ਹੋਇਆ ਹੈ ਅਤੇ ਇਸ ਦੀ ਸਾਰੀ ਤਸਵੀਰਾਂ ਪੀਟੀਸੀ ਨਿਊਜ਼ ਦੇ ਕੈਮਰੇ ਦੇ ਵਿੱਚ ਕੈਦ ਹੋਈਆਂ। ਅੱਧੀ ਰਾਤ ਵੇਲੇ ਦੱਸਦੀ ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਤੇ ਹਲਕੇ ਦੇ ਜੋ ਲੋਕ ਨੇ ਉਹ ਸਤਲੁਜ ਦਰਿਆ ਨੇੜੇ ਪੁੱਜੇ। ਪੀਟੀਸੀ ਨਿਊਜ਼ ਦੀ ਟੀਮ ਵੀ ਨਾਲ ਮੌਜੂਦ ਸੀ। ਕੈਮਰਾ ਵੇਖ ਕੇ ਹਾਲਾਂਕਿ ਮੌਕੇ ਤੋਂ ਜੋ ਨਾਜਾਇਜ਼ ਮਾਈਨਿੰਗ ਕਾਰਜ ਕਰਿੰਦੇ ਸਨ ਉਹ ਭੱਜ ਗਏ। ਮਾਈਨਿੰਗ ਰੁਕਵਾਉਣ ਗਏ ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਤੇ ਲੋਕਾਂ ਤੇ ਹਮਲਾ ਵੀ ਕੀਤਾ ਗਿਆ, ਗੱਡੀਆਂ ਦੀ ਭੰਨਤੋੜ ਕੀਤੀ ਗਈ। ਸੋ ਜਿਹੜੇ ਲੋਕ ਇਲਾਕੇ ਦੇ ਮੌਜੂਦ ਸਨ ਉਹਨਾਂ ਨੂੰ ਵੀ ਡਰਾ ਕੇ ਉੱਥੋਂ ਦੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ ਵੱਲੋਂ ਵਾਰ-ਵਾਰ ਫੋਨ ਕੀਤਾ ਗਿਆ, ਲੇਕਿਨ ਕਰੀਬ ਘੰਟੇ ਮਗਰੋਂ ਹੀ ਜੋ ਪੁਲਿਸ ਦੇ ਅਧਿਕਾਰੀ ਸਨ ਉਹ ਪੁੱਜੇ ਔਰ ਰਾਤ ਨੂੰ ਬਚਿੱਤਰ ਕੋਹਾੜ ਨੇ ਰੇਤ ਨਾਲ ਭਰੇ 5 ਟਿੱਪਰ 2 ਟਰਾਲੀਆਂ ਨੂੰ ਰੋਕ ਕੇ ਪੁਲਿਸ ਦੇ ਹਵਾਲੇ ਕੀਤਾ। ਸ਼ਿਕਾਇਤ ਦਰਜ ਕਰਾਉਣ ਲਈ ਥਾਣੇ 'ਚ ਮੌਜੂਦ ਸਨ, ਲੇਕਿਨ ਕੋਈ ਅਧਿਕਾਰੀ ਹੀ ਉੱਥੇ ਨਹੀਂ ਮੌਜੂਦ ਸੀ। ਸੋ ਇਹ ਤਸਵੀਰਾਂ ਦੇ ਵਿੱਚ ਸਾਫ਼ ਜ਼ਾਹਿਰ ਹੈ ਕਿਸ ਤਰ੍ਹਾਂ ਨਾਜਾਇਜ਼ ਮਾਈਨਿੰਗ ਜਾਰੀ ਹੈ ਔਰ ਉੱਥੇ ਸਾਰੇ ਇਲਾਕੇ ਦੇ ਲੋਕ ਕੈਮਰਾ ਪੀਟੀਸੀ ਨਿਊਜ਼ ਦਾ ਵੇਖ ਕੇ ਫਰਾਰ ਜਿਹੜੇ ਨੇ ਕਰਿੰਦੇ ਉੱਥੋਂ ਦੀ ਹੋ ਗਏ। ਅਕਾਲੀ ਆਗੂ ਤੇ ਇਸ ਮੌਕੇ ਤੇ ਹਮਲਾ ਵੀ ਕੀਤਾ ਗਿਆ, ਗੱਡੀ ਦੀ ਵੀ ਭੰਨਤੋੜ ਜਿਹੜੀ ਹੈ ਇਹਨਾਂ ਕਰਿੰਦਿਆਂ ਵੱਲੋਂ ਕੀਤੀ ਗਈ। ਵਿਜੇ ਵਿਚਕਾਰ ਜੋ ਹਲਕੇ ਦੇ ਲੋਕ ਨੇ ਉਹਨਾਂ ਨੇ ਸਾਫ਼ ਤੌਰ ਤੇ ਅਧਿਕਾਰੀਆਂ ਤੇ ਉਹਨਾਂ ਦੀ ਸ਼ਹਿ ਤੇ ਇਹ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਲਗਾਏ ਨੇ। ਤਿੰਨ ਵਾਰੀ ਐਸਐਚਓ ਨੂੰ ਫੋਨ ਲਾਇਆ, ਉਹ ਤਾਂ ਪੱਤੀਆਂ ਦਾ ਹੋਣਾ ਤੁਹਾਡਾ ਧਰਨਾ, ਪੱਤੀ ਨਹੀਂ ਮਿਲਦੀ। ਐਸਐਚਓ ਕਹਿੰਦਾ ਬੰਦੇ ਭੇਜਦਾ, ਕੋਈ ਬੰਦਾ ਨਹੀਂ ਆਇਆ। ਆ ਟਿੱਪਰ ਭਰੇ ਖੜੇ ਨੇ, ਪਿੰਡ ਵਾਲੇ ਸਾਰੇ ਪਰੇਸ਼ਾਨ ਨੇ, ਪਿੰਡ ਸਾਰਾ ਇੱਥੇ ਖੜਾ। ਇੱਕ ਵਾਰੀ ਡੀਐਸਪੀ ਨੂੰ ਲਾਇਆ, ਕਿਸੇ ਨੇ ਫੋਨ ਨਹੀਂ ਚੱਕਿਆ। ਤੁਹਾਡੇ ਸਾਹਮਣੇ ਮੈਂ ਐਸਐਚਓ ਨੂੰ ਲਾਉਣਾ ਫੋਨ। ਸਰਾਜ ਜੀ ਅਸੀਂ ਉੱਥੇ ਬੰਨ ਤੇ ਖੜੇ ਜੇ ਤੇ ਇਲੀਗਲ ਮਾਈਨਿੰਗ ਤੁਹਾਡੇ ਟਿੱਪਰ ਇੱਥੇ ਭਰੇ ਖੜੇ ਨੇ, ਜਿਹਦਾ ਅੰਤ ਕੋਈ ਨਹੀਂ, ਤੇ ਮੀਡੀਆ ਮੇਰੇ ਨਾਲ ਆ। ਤੁਹਾਨੂੰ 3-4 ਫੋਨ ਕਰਤੇ ਸਰਦਾਰ ਜੀ। ਰਾਤ ਦੇ 10:30 ਵਜੇ ਦਾ ਸਮਾਂ ਔਰ ਸਤਲੁਜ ਦਰਿਆ ਦੇ ਵਿੱਚ ਅਸੀਂ ਇੱਥੇ ਖੜੇ ਹੈਗੇ ਆ, ਜਿੱਥੇ ਕਿ ਰੇਤਾ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਚੱਕ ਬਾਹਮਣੀਆਂ ਪਿੰਡ ਜਿਹੜਾ ਦੱਸਿਆ ਜਾ ਰਿਹਾ ਹੈ ਸ਼ਾਹਕੋਟ ਹਲਕੇ ਦਾ। ਔਰ ਜਦੋਂ ਅਸੀਂ ਪਿੰਡ ਵਾਸੀ ਲੋਕਾਂ ਦੇ ਨਾਲ ਇੱਥੇ ਪਹੁੰਚੇ ਸਾਂ ਤਾਂ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੜੇ ਲੋਕ ਮਾਈਨਿੰਗ ਕਰ ਰਹੇ ਸਨ ਉਹ ਇੱਥੋਂ
ਤੁਰੰਤ ਗਾਇਬ ਹੋ ਗਏ ਨੇ। ਟਰੈਕਟਰ ਟਰਾਲੀਆਂ ਲੈ ਕੇ ਇੱਥੋਂ ਭੱਜ ਗਏ ਨੇ। ਇੱਕ ਟਰੈਕਟਰ ਟਰਾਲੀ ਦੇ ਵੱਲੋਂ ਇੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਟਰੈਕਟਰ ਟਰਾਲੀ ਉੱਥੇ ਖੁੱਭ ਗਈ ਹੈ। ਪਿੰਡ ਦੀ ਪੰਚਾਇਤ, ਪਿੰਡ ਦੇ ਲੋਕ ਨਾਲ ਹੈਗੇ ਨੇ। ਜਾ ਕੇ ਦੇਖਦੇ ਆ ਕੀ ਕੁਝ ਮਾਹੌਲ ਹੈਗਾ। ਤੁਸੀਂ ਤਸਵੀਰਾਂ ਦੇ ਵਿੱਚ ਵੇਖਿਆ ਕਿ ਕਿਵੇਂ ਖੱਡੇ ਇੱਥੇ ਪਏ ਹੋਏ ਨੇ, ਕਿਸ ਤਰੀਕੇ ਨਾਲ ਨਜਾਇਜ਼ ਮਾਈਨਿੰਗ ਜਿਹੜੀ ਇੱਥੇ ਦਿਨ ਰਾਤ ਚੱਲ ਰਹੀ ਹੈ। ਔਰ ਅੱਜ ਜਦੋਂ ਖਬਰ ਮਿਲੀ ਸੀ ਕਿ ਇੱਕ ਵਾਰ ਫਿਰ ਇੱਥੇ ਧੜੱਲੇ ਦੇ ਨਾਲ ਜਿਹੜੀਆਂ ਟਰੈਕਟਰ ਟਰਾਲੀਆਂ ਭਰੀਆਂ ਜਾ ਰਹੀਆਂ ਨੇ, ਔਰ ਉਹ ਟਰੈਕਟਰ ਟਰਾਲੀਆਂ ਨੂੰ ਜਦੋਂ ਸਾਡੀਆਂ ਗੱਡੀਆਂ ਆਉਂਦੀਆਂ ਦਿਸੀਆਂ ਨੇ, ਉਹ ਇੱਥੋਂ ਫਰਾਰ ਹੋ ਗਏ ਨੇ। ਅਗਲੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ। ਤੁਸੀਂ ਵੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਕੰਢਾ ਔਰ ਇੱਥੇ ਧੜੱਲੇ ਦੇ ਨਾਲ ਚੱਲ ਰਹੀ ਰੇਤਾ ਦੀ ਨਜਾਇਜ਼ ਮਾਈਨਿੰਗ। ਮੁੱਖ ਮੰਤਰੀ ਦੇ ਵੱਲੋਂ ਬੜੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸਭ ਕੁਝ ਠੀਕ ਹੈ, ਨਜਾਇਜ਼ ਮਾਈਨਿੰਗ ਨੂੰ ਠੱਲ ਪੈ ਗਈ ਹੈ। ਪਰ ਰਾਤ ਦੇ ਹਨੇਰੇ ਦੇ ਵਿੱਚ ਕਿਵੇਂ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਹੈ, ਸੂਬੇ ਦੀ ਆਰਥਿਕਤਾ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਨ ਵਾਸਤੇ ਕਾਫੀ ਹੈਗੀਆਂ ਨੇ। ਅੱਗੇ ਤੁਹਾਨੂੰ ਜਾ ਕੇ ਦਿਖਾਉਂਦੇ ਆ ਕੀ ਮਾਹੌਲ ਹੈ, ਕੀ ਹਾਲਾਤ ਹੈ ਸਤਲੁਜ ਦਰਿਆ ਦੇ ਕੰਢੇ ਦਾ। ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਅਸੀਂ ਇੱਥੇ ਆਏ ਆ ਤਾਂ ਦੋ ਟਰਾਲੀਆਂ ਜਿਹੜੀਆਂ ਨੇ ਉਹ ਇੱਥੇ ਛੱਡ ਕੇ ਟਰੈਕਟਰਾਂ ਵਾਲੇ ਭੱਜ ਗਏ ਨੇ। ਟਰੈਕਟਰਾਂ ਨੂੰ ਲੈ ਕੇ ਇਹ ਟਰਾਲੀਆਂ ਖੜੀਆਂ ਜਿਹੜੀਆਂ ਨੇ ਇਸ ਗੱਲ ਦਾ ਸਬੂਤ ਹੈਗੀਆਂ ਨੇ। ਔਰ ਕੁਝ ਟਰਾਲੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਜਿੱਥੋਂ ਅਸੀਂ ਐਂਟਰ ਹੋਏ ਆ ਉੱਥੇ ਖੜੀਆਂ ਸੀ, ਉਹ ਉੱਥੋਂ ਜਿਹੜੇ ਡਰਾਈਵਰ ਸੀ ਉੱਥੋਂ ਭੱਜ ਗਏ ਟਰੈਕਟਰ ਟਰਾਲੀਆਂ ਛੱਡ ਕੇ। ਇਹ ਤਸਵੀਰਾਂ ਜਿਹੜੀਆਂ ਨੇ ਸਤਲੁਜ ਦਰਿਆ ਦੀਆਂ ਨੇ। ਇਹ ਦੇਖੋ ਜਲਦਬਾਜ਼ੀ ਦੇ ਵਿੱਚ ਟਰੈਕਟਰ ਨਾਲੋਂ ਟਰਾਲੀ ਲਾ ਕੇ ਸੁੱਟ ਕੇ ਇੱਥੋਂ ਜਿਹੜਾ ਨਜਾਇਜ਼ ਮਾਈਨਿੰਗ ਕਰਨ ਵਾਲਾ ਕਰਿੰਦਾ ਇੱਥੋਂ ਭੱਜ ਗਿਆ। ਰਾਤ ਦੇ 10:30 ਵਜੇ ਦਾ ਸਮਾਂ ਇਸ ਵੇਲੇ ਸਤਲੁਜ ਦਰਿਆ ਦੇ ਕੰਢੇ ਘੁੰਮ ਰਹੇ ਆ ਔਰ ਪਿੰਡ ਦੀ ਪੰਚਾਇਤ ਨਾਲ ਹੈ, ਪਰੇਸ਼ਾਨ ਹੈ ਨਜਾਇਜ਼ ਮਾਈਨਿੰਗ ਤੋਂ। ਨਜਾਇਜ਼ ਮਾਈਨਿੰਗ ਰੋਕਣ ਦੇ ਵਾਸਤੇ ਇੱਥੇ ਇਹ ਜਿਹੜਾ ਸਾਰਾ ਅਸੀਂ ਚੈੱਕ ਕਰਨ ਵਾਸਤੇ ਆਏ ਆ ਕਿ ਕਿਵੇਂ ਧੜੱਲੇ ਦੇ ਨਾਲ ਇੱਥੇ ਕੰਮ ਚੱਲ ਰਿਹਾ। ਤਾਂ ਇਹ ਤੁਸੀਂ ਖੱਡਾ ਵੇਖੋ ਕਿ ਜਿਸ ਖੱਡੇ ਚੋਂ ਇਹ ਰੇਤਾ ਦੀਆਂ ਨਜਾਇਜ਼ ਟਰਾਲੀਆਂ ਭਰ ਕੇ ਰਵਾਨਾ ਹੁੰਦੀਆਂ ਨੇ ਰੋਜ਼ਾਨਾ, ਔਰ ਇਹ ਟਰਾਲੀਆਂ ਵੀ ਇੱਥੇ ਭਰਨ ਵਾਸਤੇ ਆਈਆਂ ਸਨ। ਪਰ ਜਿਵੇਂ ਸਾਡੀਆਂ ਗੱਡੀਆਂ ਐਂਟਰ ਹੋਈਆਂ ਨੇ ਉਹ ਸਾਰੇ ਇੱਥੋਂ ਭੱਜ ਗਏ। ਸਭ ਕੁਝ ਛੱਡਾ ਕੇ ਟਰਾਲੀਆਂ ਇੱਥੇ ਖੜੀਆਂ ਨੇ, ਟਰੈਕਟਰ ਲੈ ਕੇ ਜਿਹੜੇ ਡਰਾਈਵਰ ਨੇ ਉਹ ਫਰਾਰ ਹੋ ਗਏ ਨੇ। ਇੱਕ ਟਰਾਲੀ ਜਿਹੜੀ ਹੈ ਉਧਰ ਖੜੀ ਹੈ, ਉਹ ਟਰਾਲੀ ਦਾ ਜਿਹੜਾ ਡਰਾਈਵਰ ਹੈ, ਟਰੈਕਟਰ ਦਾ ਡਰਾਈਵਰ ਹੈ, ਉਹ ਵੀ ਭੱਜ ਗਿਆ। ਉਹ ਵੀ ਤਸਵੀਰ ਦਿਖਾਉਂਦੇ ਆ। ਤਾਂ ਇੱਕ ਤਸਵੀਰ ਤੁਹਾਨੂੰ ਹੋਰ ਵਿਖਾਉਂਦੇ ਆ ਕਿ ਜਿਹੜੀ ਟਰਾਲੀ ਇੱਥੇ ਲੱਦੀ ਜਾ ਰਹੀ ਸੀ ਰੇਤਾ ਦੀ, ਔਰ ਰੇਤਾ ਦੀ ਟਰਾਲੀ ਭਰੀ ਜਾ ਰਹੀ ਸੀ। ਜਦੋਂ ਅਸੀਂ ਇੱਥੇ ਦਾਖਲ ਹੋਏ ਆ ਤਾਂ ਡਰਾਈਵਰ ਜਿਹੜਾ ਹੈ ਉਹ ਟਰੈਕਟਰ ਲੈ ਕੇ ਇੱਥੋਂ ਫਰਾਰ ਹੋ ਗਿਆ। ਉਹਨਾਂ ਦਾ ਜਿਹੜਾ ਬੇਲਚਾ ਹੈ ਉਹ ਵੀ ਇੱਥੇ ਪਿਆ ਆ, ਜਿਹਦੇ ਨਾਲ ਸਾਰੀ ਟਰਾਲੀ ਜਿਹੜੀ ਹੈ ਭਰੀ ਜਾ ਰਹੀ ਸੀ। ਔਰ ਮਜ਼ਦੂਰ ਜਿਹੜੇ ਸੀ ਉਹਨਾਂ ਦਾ ਸਮਾਨ ਜਿਹੜਾ ਸੀ ਇੱਥੇ ਉਹ ਵੀ ਧਰਿਆ ਰਹਿ ਗਿਆ। ਸਾਰੇ ਇੱਥੋਂ ਰਾਤ ਦੇ ਹਨੇਰੇ ਦੇ ਵਿੱਚ ਭੱਜ ਗਏ ਨੇ। ਔਰ ਹਲਕੇ ਦੇ ਜਿਹੜੇ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਚਿੱਤਰ ਸਿੰਘ ਕੁਹਾੜ, ਔਰ ਇਲਾਕੇ ਦੇ ਜਿਹੜੇ ਮੋਹਤਵਾਰ ਸੱਜਣ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਇੱਥੇ ਪਹੁੰਚੇ ਹੈਗੇ ਆ, ਕਿਉਂਕਿ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਰਾਤ ਦੇ ਹਨੇਰੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਨਜਾਇਜ਼ ਮਾਈਨਿੰਗ ਚੱਲ ਰਹੀ ਹੈ। ਸਰਕਾਰ ਨੂੰ ਜਿੱਥੇ ਚੂਨਾ ਲੱਗ ਰਿਹਾ ਹੈ ਉੱਥੇ ਜਿਹੜੇ ਲੋਕ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਇਸ ਨਜਾਇਜ਼ ਮਾਈਨਿੰਗ ਦੇ ਨਾਲ ਕਾਫੀ ਪਿਛਲੇ ਸਮੇਂ ਤੋਂ ਵਧੀਆਂ ਹੋਈਆਂ ਨੇ, ਕਿਉਂਕਿ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਕੰਮ ਧੜੱਲੇ ਨਾਲ ਚੱਲ ਰਿਹਾ ਹੈ, ਕੋਈ ਰੋਕ ਟੋਕ ਨਹੀਂ ਹੈ। ਮੁੱਖ ਮੰਤਰੀ ਦੇ ਵੱਲੋਂ, ਸਰਕਾਰ ਦੇ ਵੱਲੋਂ ਦਾਅਵੇ ਬੜੇ ਕੀਤੇ ਜਾ ਰਹੇ ਆ ਕਿ ਸਭ ਕੁਝ ਅਸੀਂ ਠੀਕ ਕਰ ਰਹੇ ਹਾਂ, ਨਜਾਇਜ਼ ਮਾਈਨਿੰਗ ਰੋਕ ਰਹੇ ਹਾਂ, ਕੋਈ ਨਜਾਇਜ਼ ਕੰਮ ਨਹੀਂ ਹੋ ਰਿਹਾ। ਪਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਪਣੇ ਆਪ ਦੇ ਵਿੱਚ ਬਿਆਨ ਕਰਨ ਦੇ ਵਾਸਤੇ ਕਾਫੀ ਹੈਗੀਆਂ ਨੇ ਕਿ ਸੱਚਾਈ ਕੀ ਹੈਗੀ ਹੈ। ਕੁਹਾੜ ਸਾਹਿਬ, ਦੇਖਿਆ ਸੀ ਸਾਰਾ ਹਾਲਾਤ, ਕਿੰਨੇ ਕੁ ਸਮੇਂ ਤੋਂ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਆ ਰਿਹਾ? ਕਿਉਂਕਿ ਅੱਜ ਜਦੋਂ ਅਸੀਂ ਵੇਖਿਆ ਬੜੀ ਤੇਜ਼ੀ ਦੇ ਨਾਲ, ਬੜੀ ਫੁਰਤੀ ਦੇ ਨਾਲ ਲੋਕ ਭੱਜੇ ਨੇ ਤੋਂ ਤੁਹਾਨੂੰ ਵੇਖ ਕੇ। ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ ਇਹ ਕੰਮ ਉਦੋਂ ਤੋਂ ਹੀ ਧੜੱਲੇ ਨਾਲ ਚੱਲਦਾ ਹੈ। ਅਸੀਂ ਕਈ ਵਾਰ ਇੱਥੇ ਆਏ, ਇਹ ਲੋਕ ਇਦਾਂ ਹੀ ਭੱਜ ਜਾਂਦੇ। ਅੱਜ ਤੁਹਾਡੇ ਸਾਹਮਣੇ ਤੁਸੀਂ ਦੇਖੋ ਸਰਕਾਰ ਨੂੰ ਕਿੱਡਾ ਵੱਡਾ ਚੂਨਾ ਲੱਗ ਰਿਹਾ। ਇਲੀਗਲ ਮਾਈਨਿੰਗ, ਆ ਪੁਲ ਹੈ ਇੱਥੇ ਬਿਲਕੁਲ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ। ਇਹ ਸਾਰੀ ਪੁਲਿਸ ਦੀ ਮਿਲੀ ਭੁਗਤਣਾ, ਪ੍ਰਸ਼ਾਸਨ ਦੀ ਮਿਲੀ ਭੁਗਤਣਾ ਇਹ ਸਾਰਾ ਕੰਮ ਹੋ ਰਿਹਾ। ਐਮਐਲਏ ਦੀ ਮਿਲੀ ਭੁਗਤਣਾ। ਸਾਹਮਣੇ ਅੱਧਾ ਕਿਲੋਮੀਟਰ ਪੁਲ ਆ, ਇੱਥੇ ਦੋਵੇਂ ਪਾਸੇ ਪੁਲਿਸ ਖੜੀ ਹੁੰਦੀ ਆ, ਬਿਲਕੁਲ ਇਹ ਉਹਨਾਂ ਦੇ ਮੂਹਰ ਦੀ ਟਰਾਲੀਆਂ ਲੈ ਕੇ ਜਾਂਦੇ ਨੇ। ਆ ਹੁਣ ਦੇਖੋ ਜਦੋਂ ਆਪਾਂ ਆਏ ਆ ਇਹ ਸਾਰੀਆਂ ਭਰੀਆਂ ਟਰਾਲੀਆਂ ਇੱਥੇ ਜਿਹੜਾ ਉਹ ਛੱਡ ਕੇ ਭੱਜ ਗਏ। ਸਰਕਾਰ ਨੂੰ ਚੂਨਾ, ਹਜੇ ਪਿੱਛੇ ਜੇ ਤੁਸੀਂ ਦੇਖੋ ਇੱਥੇ ਹੜ੍ਹ ਆਇਆ ਸੀ, ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਉਹਦੇ ਉੱਤੇ ਮਿੱਟੀ ਪਾਉਣ ਦੀ, ਸਗੋਂ ਸਰਕਾਰ ਨੂੰ ਚੂਨਾ ਲਾ ਰਿਹਾ ਐਮਐਲਏ ਦੀ ਸ਼ਹਿ ਤੇ ਆ ਮਾਈਨਿੰਗ ਹੋ ਰਹੀ ਆ ਤੇ ਪ੍ਰਸ਼ਾਸਨ ਇਹਦੇ ਨਾਲ ਪੂਰਾ ਘਿਓ ਖਿਚੜੀ ਹੈ।
ਇਹ ਵੱਡਾ ਸਵਾਲ ਹੈਗਾ, ਜਿਵੇਂ ਹਲਕੇ ਦੇ ਲੀਡਰ ਸਾਹਿਬਾਨ ਆਖ ਰਹੇ ਨੇ ਕਿ ਪੁਲਿਸ ਦੀ ਮਿਲੀ ਭੁਗਤ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ, ਕਿਉਂਕਿ ਸਭ ਕੁਝ ਸ਼ਰੇਆਮ ਹੋ ਰਿਹਾ ਔਰ ਪੁਲਿਸ ਦੇ ਨਾਕਿਆਂ ਦੇ ਕੋਲ ਦੀ ਇਹ ਟਰਾਲੀਆਂ ਜਦੋਂ ਲੰਘਦੀਆਂ ਨੇ ਤਾਂ ਪੁਲਿਸ ਕਿਉਂ ਨਹੀਂ ਰੋਕਦੀ, ਕਿਉਂ ਨਹੀਂ ਉਹਨਾਂ ਦੀ ਪੁੱਛ ਪੜਤਾਲ ਕਰਦੀ, ਇਹ ਵੱਡਾ ਸਵਾਲ ਹੈ। ਇੱਕ ਹੋਰ ਤੁਸੀਂ ਵੇਖ ਸਕਦੇ ਹੋ ਸਾਹਮਣੇ, ਕੈਮਰਾ ਪਰਸਨ ਨੂੰ ਕਹੂੰਗਾ ਜਗਰੂਪ ਨੂੰ ਕਿ ਤੁਸੀਂ ਵਿਖਾਓ ਉਹ ਲਾਈਟਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ, ਜਿਹੜੇ ਟਰਾਲੇ ਨੇ ਉਹ ਖੱਡ ਵੱਲੋਂ ਆ ਰਹੇ ਨੇ, ਇੱਕ ਅੱਗੇ ਜਿਹੜੀ ਖੱਡ ਚੱਲ ਰਹੀ ਹੈ ਨਜਾਇਜ਼, ਕਿ ਕਿਵੇਂ ਧਲੱਲੇ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਇੱਥੇ ਜਿਹੜਾ ਇਹ ਸਾਰਾ ਕਾਰੋਬਾਰ ਚੱਲ ਰਿਹਾ, ਕਿਵੇਂ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਕੀ ਹੈ ਕਵਾੜ ਸਾਹਿਬ ਤੁਹਾਡੇ ਕੋਲੇ? ਇਹ ਸ਼ਿਕਾਇਤ ਕੀਤੀ ਹੈ ਜੀ ਇਲੀਗਲ ਮਾਈਨਿੰਗ ਦੀ, ਆ ਪੇਪਰ ਨੇ ਬਚਨ ਸਿੰਘ ਹੋਣਾ ਨੇ ਵੀ ਸਾਡੇ ਇੱਥੇ ਚੱਕ ਬਾਮਣੀਆਂ ਖੁਰਦ 'ਚ ਇਲੀਗਲ ਮਾਈਨਿੰਗ ਹੁੰਦੀ ਹੈ, ਪਰ ਪਰਚਾ ਸ਼ਿਕਾਇਤ ਕਰਨ ਵਾਲੇ ਤੇ ਹੋ ਗਿਆ, ਇਲੀਗਲ ਮਾਈਨਿੰਗ ਕਰਨ ਵਾਲੇ ਤੇ ਪਰਚਾ ਨਹੀਂ ਹੋਇਆ, ਸ਼ਿਕਾਇਤ ਕਰਨ ਵਾਲੇ ਤੇ ਪਰਚਾ ਹੋ ਗਿਆ। ਇਹੋ ਜਿਹੇ ਹਾਲਾਤ ਜਿਹੜੇ ਸ਼ਾਹਕੋਟ ਦੇ ਬਣਾਏ ਨੇ ਐਮਐਲਏ ਨੇ। ਤਾਂ ਇਹ ਆਪਾਂ ਦਿਖਾ ਦਿੰਦੇ ਹਾਂ, ਕੈਮਰਾ ਪਰਸਨ ਜਗਰੂਪ, ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਖੁਦ ਵੇਖ ਲਓ ਕਿ ਜਿਵੇਂ ਹਲਕੇ ਦੇ ਲੋਕ ਦੱਸ ਰਹੇ ਨੇ ਕਿ ਜਿਹੜਾ ਸ਼ਿਕਾਇਤ ਕਰਤਾ ਹੈ ਉਸ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਉਸ ਦੇ ਉੱਤੇ ਪਰਚਾ ਦਰਜ ਹੋ ਗਿਆ, ਉਸ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ। ਤਾਂ ਇਹ ਹਨੇਰਗਰਦੀ ਨੇ ਇਸ ਨੂੰ ਲੋਕ ਆਖਣ ਪੰਜਾਬ ਦੇ, ਤਾਂ ਹੋਰ ਕੀ ਆਖਣ ਕਿ ਇੱਕ ਤਾਂ ਉਹਨਾਂ ਦੇ ਇਲਾਕੇ ਦੇ ਵਿੱਚ ਨਜਾਇਜ਼ ਧੰਦੇ ਚੱਲ ਰਹੇ ਨੇ ਔਰ ਜਦੋਂ ਨਜਾਇਜ਼ ਧੰਦਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤਾਂ ਉਹਨਾਂ ਨਜਾਇਜ਼ ਧੰਦਿਆਂ ਨੂੰ ਰੋਕਣ ਦੀ ਬਜਾਏ ਜਿਹੜੇ ਲੋਕ ਅੱਗੇ ਆਉਂਦੇ ਨੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਬੜੇ ਵੱਡੇ ਸਵਾਲ ਜਿਹੜੇ ਹੈ ਪੰਜਾਬ ਸਰਕਾਰ ਦੇ ਉੱਤੇ ਉੱਠਣੇ ਲਾਜ਼ਮੀ ਨੇ, ਕਿਉਂਕਿ ਦਾਅਵੇ ਬਹੁਤ ਵੱਡੇ ਕੀਤੇ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ, ਜਦੋਂ ਆਨਲਾਈਨ ਹੁੰਦੇ ਨੇ, ਜਦੋਂ ਮੀਟਿੰਗਾਂ ਕਰਦੇ ਨੇ, ਜਦੋਂ ਮੀਡੀਆ ਦੇ ਸਾਹਮਣੇ ਹੁੰਦੇ ਨੇ, ਜਾਂ ਜਦੋਂ ਉਹਨਾਂ ਦੇ ਵਿਧਾਇਕ ਲੋਕਾਂ ਦੇ ਵਿੱਚ ਜਾਂਦੇ ਨੇ, ਪਰ ਜਿਹੜੀ ਅਸਲੀਅਤ ਹੈ ਉਹ ਤੁਸੀਂ ਵੇਖ ਲਓ ਕਿ ਰਾਤ ਦੇ ਹਨੇਰੇ ਦੇ ਵਿੱਚ ਜੇਕਰ ਇਹ ਲੋਕ ਸੱਚੇ ਸਨ, ਜੇਕਰ ਜਾਇਜ਼ ਕੰਮ ਸੀ ਤਾਂ ਕਿਉਂ ਭੱਜੇ ਹੈਗੇ ਨੇ। ਤਾਂ ਇਹ ਤੁਸੀਂ ਵੇਖ ਲਓ ਕਿ ਜਿੱਥੇ ਗੱਡੀਆਂ ਖੜੀਆਂ ਸਨ ਉਹ ਟਰੈਕਟਰ ਭਜਾ ਕੇ ਲਿਜਾ ਰਹੇ ਨੇ, ਕਿਵੇਂ ਫੁਰਤੀ ਦੇ ਨਾਲ, ਕਿਵੇਂ ਤੇਜ਼ੀ ਦੇ ਨਾਲ ਉੱਥੋਂ ਜਿਹੜੇ ਆਪਣੇ ਟਰੈਕਟਰ ਟਰਾਲੀਆਂ ਭਜਾ ਕੇ ਲਿਜਾਏ ਜਾ ਰਹੇ ਨੇ। ਸੋ ਇਹ ਕਿਵੇਂ ਚੋਰੀ ਇੱਥੇ ਚੱਲ ਰਹੀ ਹੈ, ਇਹ ਤਸਵੀਰਾਂ ਬਿਆਨ ਕਰਨ ਦੇ ਵਾਸਤੇ ਕਾਫੀ ਹੈਗੇ ਨੇ। ਜਿਵੇਂ ਅਸੀਂ ਵਾਰ-ਵਾਰ ਆਖ ਰਹੇ ਹਾਂ ਕਿ ਜੇਕਰ ਇਹ ਸਾਰੇ ਸੱਚੇ ਸਨ, ਜੇਕਰ ਜਾਇਜ਼ ਕੰਮ ਸੀ ਤਾਂ ਕਿਉਂ ਇਹ ਲੋਕ ਭੱਜੇ ਹੈਗੇ ਨੇ, ਆਪਣਾ ਸਾਰਾ ਸਾਜੋ ਸਮਾਨ ਆਪਣੇ ਬੇਲਚੇ, ਆਪਣੀਆਂ ਚੱਪਲਾਂ ਤੱਕ ਛੱਡ ਕੇ ਇੱਥੋਂ ਜਿਹੜੇ ਮਜ਼ਦੂਰ ਹੈ ਉਹ ਭੱਜ ਗਏ ਨੇ। ਟਰਾਲੀਆਂ ਭਰੀਆਂ ਖੜੀਆਂ ਇੱਥੇ ਨਜ਼ਰ ਆ ਰਹੀਆਂ ਨੇ। ਸੋ ਨਜਾਇਜ਼ ਧੰਦਾ, ਇਲੀਗਲ ਧੰਦਾ ਜਿਹੜਾ ਇੱਥੇ ਦਰਿਆ ਦੇ ਕੰਢੇ ਚੱਲ ਰਿਹਾ ਸੀ, ਉਸ ਦੀ ਜਿਹੜੀ ਇੱਕ ਵਾਰ ਫਿਰ ਪੋਲ ਜਿਹੜੀ ਹੈ ਉਹ ਖੁੱਲੀ ਹੈ, ਸਾਡੇ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ। ਸੋ ਉਮੀਦ ਕਰਾਂਗੇ ਜਾਂ ਵੇਖਾਂਗੇ, ਹਾਲਾਂਕਿ ਸਰਕਾਰ ਨੇ ਹਰ ਵਾਰ ਦੀ ਤਰ੍ਹਾਂ ਦਾਅਵੇ ਬੜੇ ਵੱਡੇ ਕੀਤੇ ਨੇ ਕਿ ਇਸ ਮਾਈਨਿੰਗ ਨੂੰ ਠੱਲ ਪੈਂਦੀ ਹੈ ਜਾਂ ਇਹ ਸਾਰਾ ਕੁਝ ਇਸੇ ਤਰੀਕੇ ਦੇ ਨਾਲ ਹੀ। ਰਾਤ ਦੇ ਕਰੀਬ 1:45 ਵਜੇ ਦਾ ਵੇਲਾ ਹੈ ਔਰ ਇਸ ਵਕਤ ਅਸੀਂ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਬਾਹਰ ਖੜੇ ਆ। 10:30 ਵਜੇ ਦੇ ਕਰੀਬ ਸ਼ਾਹਕੋਟ ਦੇ ਕੁਝ ਪਿੰਡਾਂ ਦੇ ਲੋਕਾਂ ਦੇ ਵੱਲੋਂ ਔਰ ਹਲਕੇ ਦੇ ਜਿਹੜੇ ਅਕਾਲੀ ਆਗੂ ਹੈਗੇ ਨੇ ਬਚੇਤਰ ਸਿੰਘ ਕੁਹਾੜ, ਉਹਨਾਂ ਦੇ ਵੱਲੋਂ ਇੱਕ ਨਜਾਇਜ਼ ਜਿਹੜੀ ਮਾਈਨਿੰਗ ਹਲਕੇ ਦੇ ਵਿੱਚ ਚੱਲ ਰਹੀ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਫੀ ਹੰਗਾਮਾ ਹੋਇਆ ਉਸ ਖੱਡ ਦੇ ਉੱਤੇ ਔਰ ਉਸ ਤੋਂ ਬਾਅਦ ਪੁਲਿਸ ਪਹੁੰਚੀ ਸੀ ਉੱਥੇ ਔਰ ਪੁਲਿਸ ਦੀ ਮੌਜੂਦਗੀ ਤੋਂ ਬਾਅਦ ਕੁਝ ਟਿੱਪਰ, ਕੁਝ ਟਰਾਲੀਆਂ ਇੱਥੇ ਲਿਆਂਦੀਆਂ ਗਈਆਂ ਨੇ ਔਰ ਹਾਲੇ ਤੱਕ ਕੋਈ ਜਿਹੜਾ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਤਕਰੀਬਨ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਅੱਧੀ ਰਾਤ ਦਾ ਸਮਾਂ, 1:45 ਵਜੇ ਦਾ ਵੇਲਾ। ਖੁਆੜ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਖੁਆੜ ਸਾਹਿਬ, 1:45 ਹੋ ਗਿਆ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਦੇ ਨਾਲ ਕੋਈ ਤੁਹਾਡਾ ਰਾਬਤਾ ਕਾਇਮ ਹੋਇਆ ਹੁਣ ਦੁਬਾਰਾ? ਲਗਭਗ ਸਾਨੂੰ 1 ਘੰਟਾ ਹੋ ਗਿਆ ਇੱਥੇ ਵੇਟ ਕਰਦਿਆਂ ਨੂੰ। ਡਿਊਟੀ ਅਫਸਰ ਹਜੇ ਤੱਕ ਕੋਈ ਨਹੀਂ ਆਇਆ। ਸਿਰਫ ਤੇ ਸਿਰਫ 3 ਟਿੱਪਰ, 2 ਟਰਾਲੀਆਂ ਆਈਆਂ, ਬਾਕੀ ਜਿਹੜੇ ਵਹੀਕਲ ਨੇ ਕੋਈ ਵਹੀਕਲ ਨਹੀਂ ਆਇਆ, ਨਾ ਕੋਈ ਡਿਊਟੀ ਅਫਸਰ ਆਇਆ। 1 ਘੰਟਾ ਹੋ ਗਿਆ। ਇਹ ਤੋਂ ਕੀ ਅੰਦਾਜ਼ਾ ਲਾਈਏ, ਇਹ ਸਾਰਿਆਂ ਦੀ ਮਿਲੀ ਭੁਗਤ ਹੈ। ਇਹ ਡਿਊਟੀ ਅਫਸਰ ਵੀ ਵਿੱਚ ਇਨਵੋਲਵ ਹੈ ਜਿਹੜਾ ਹਜੇ ਤੱਕ ਆਇਆ ਨਹੀਂ। ਕੋਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਅਜੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ। ਮੈਂ ਕਹਿੰਦਾ ਵੀ ਬਿਲਕੁਲ ਦਾਲ 'ਚ ਕਾਲਾ ਨਹੀਂ ਹੈ, ਸਾਰੀ ਦੀ ਸਾਰੀ ਦਾਲ ਕਾਲੀ ਹੈ। ਮੈਂ ਸਰਕਾਰ ਤੋਂ, ਐਸਐਸਪੀ ਸਾਹਿਬ ਤੋਂ ਮੰਗ ਕਰਦਾ ਵੀ ਡਿਊਟੀ ਅਫਸਰ ਤੇ ਵੀ ਪਰਚਾ ਦਰਜ ਬਰਾਬਰ ਹੋਣਾ ਚਾਹੀਦਾ, ਜਿਹੜਾ ਟਿੱਪਰਾਂ ਤੇ ਬਰਾਬਰ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ। ਇਲੀਗਲ ਮਾਈਨਿੰਗ, ਥਾਣੇ ਦੇ ਮੁਲਾਜ਼ਮ ਕਹਿ ਰਹੇ ਨੇ ਵੀ ਉਹਨਾਂ ਨੇ ਸਾਨੂੰ ਪਰਚੀਆਂ ਦਿਖਾ ਦਿੱਤੀਆਂ। ਤੁਸੀਂ ਮੈਨੂੰ ਦੱਸੋ ਰਾਤ ਦੇ 11:30 12 ਵਜੇ ਕਿਹੜਾ ਪਰਚੀ ਕੱਟਦਾ? ਬਿਲਕੁਲ, ਕਹਿੰਦੇ ਜੀ ਟਿੱਪਰਾਂ ਵਾਲਿਆਂ ਨੇ ਸਾਨੂੰ ਪਰਚੀਆਂ ਦਿਖਾ ਦਿੱਤੀਆਂ, ਟਰਾਲੀਆਂ ਵਾਲਿਆਂ ਨੇ ਪਰਚੀਆਂ ਦਿਖਾ ਦਿੱਤੀਆਂ। ਤੁਸੀਂ ਦੱਸੋ ਰਾਤ ਨੂੰ ਰੇਤਾ ਪੱਟਣੀ ਇਲੀਗਲ ਹੈ ਕਿ ਲੀਗਲ ਹੈ? ਤੇ ਫਿਰ ਜਿਹੜੀਆਂ ਪਰਚੀਆਂ ਦਿਖਾਈਆਂ ਉਹ ਵੀ ਜਾਲੀ ਪਰਚੀਆਂ, ਉਹਨਾਂ ਤੇ ਵੀ ਟਾਈਮ ਹੋਰ ਪਾਇਆ ਹੋਊਗਾ। ਇਸ ਕਰਕੇ ਆਹ ਟਰਾਲੀ ਦਾ ਤੁਸੀਂ ਧਿਆਨ ਮਾਰੋ। ਇਹਦੇ ਵਿੱਚੋਂ ਪਾਣੀ ਇੱਥੋਂ ਚੋਰਿਆ। ਕਿਹੜੀ ਟਰਾਲੀ ਸਵੇਰ ਦੀ ਭਰੀ ਹੈ ਜਿਹਦੇ ਵਿੱਚੋਂ ਪਾਣੀ ਹੁਣ ਤਾਂ ਹੀ ਚੋਈ ਜਾਂਦਾ? ਇਹ ਹੁਣੇ ਭਰ ਕੇ, ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਹੈ, ਵਿੱਚ ਹੀ ਪੁਲਿਸ ਪ੍ਰਸ਼ਾਸਨ ਦੀ, ਇਹਦੇ ਵਿੱਚ ਐਮਐਲਏ ਇਨਵੋਲਵ ਹੈ, ਇਹਦੇ ਵਿੱਚ ਡਿਊਟੀ ਅਫਸਰ ਪੁਲਿਸ ਵਾਲੇ ਇਨਵੋਲਵ ਹੈ।
ਮੈਂ ਸਮਝਦਾ ਇਹਦੇ ਵਿੱਚ ਮਾਈਨਿੰਗ ਦੇ ਅਫਸਰ ਵੀ ਵੱਡੇ ਤੋਂ ਵੱਡੇ ਜਿਹੜੇ ਇਨਵੋਲਵ, ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਜਿਹੜਾ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ, ਲੋਕਾਂ ਨੂੰ ਆਟਾ ਦਾਲ ਦੇਣ ਜੋਗੇ ਪੈਸੇ ਨਹੀਂ ਇਹਨਾਂ ਕੋਲ, ਲੋਕਾਂ ਨੂੰ ਕੁਝ ਨਹੀਂ ਮਿਲਦਾ। ਬਿਜਲੀ ਦੇ ਬਿੱਲ 30-30 40-40 ਹਜ਼ਾਰ ਰੁਪਈਆ ਆ ਗਏ, ਤੇ ਆ ਜਿਹੜੇ ਟਿੱਪਰ ਨੇ ਇਹ ਸਰਕਾਰ ਨੂੰ ਦਿੰਦੇ ਹੀ ਨਹੀਂ। ਜਿਹੜੀ ਇਲੀਗਲ ਮਾਈਨਿੰਗ ਹੁੰਦੀ ਹੈ, ਟਰਾਲੀਆਂ ਚੱਲਦੀਆਂ, ਉਹ ਦਿਖਦੀਆਂ ਹੀ ਨਹੀਂ। ਅੱਛਾ, ਉੱਥੇ ਅਸੀਂ ਵੀ ਦੇਖਿਆ ਕਿ ਕਾਫੀ ਹੰਗਾਮਾ ਹੋਇਆ, ਤੁਹਾਡੀਆਂ ਕੁਝ ਗੱਡੀਆਂ ਵੀ ਨੁਕਸਾਨੀਆਂ ਗਈਆਂ ਨੇ। ਬਿਲਕੁਲ, ਸਾਡੀ ਇੱਕ ਗੱਡੀ ਨੁਕਸਾਨੀ ਗਈ ਹੈ, ਜਿਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਟਰੈਕਟਰ ਮਾਰਿਆ ਵਿੱਚ ਲਿਆ ਕੇ। ਸਾਡਾ ਬੰਦਾ ਵਾਲ-ਵਾਲ ਉੱਥੋਂ ਬਚਿਆ। ਕੌਣ ਸੀ ਮੌਜੂਦ ਉਹਦੇ ਵਿੱਚ? ਸਰਦਾਰ ਸੁਖਦੇਵ ਸਿੰਘ ਉਹਦੇ ਵਿੱਚ ਮੌਜੂਦ ਸੀ, ਤੇ ਜਿਹੜਾ ਟਰੈਕਟਰ ਚਲਾ ਰਿਹਾ ਸੀ ਉਹਨੇ ਸਿੱਧਾ ਵਿੱਚ ਲਿਆ ਕੇ ਮਾਰਿਆ। 307 ਦਾ ਮੁਕੱਦਮਾ ਉਸ ਬੰਦੇ ਤੇ ਹੋਣਾ ਚਾਹੀਦਾ। ਤੁਸੀਂ ਸੀ ਵਿੱਚ? ਮੈਂ ਗੱਡੀ ਦੇ ਵਿੱਚ ਬੈਠਾ ਸੀ। ਦੱਸ ਦਿਓ ਕੀ। ਅਸੀਂ ਅੱਜ ਮਾਈਨਿੰਗ ਜਿਹੜੀ ਹੋ ਰਹੀ ਸੀ ਉਹਨੂੰ ਰੋਕਣ ਲਈ ਸਰਦਾਰ ਘੌਰ ਸਾਹਿਬ ਦੇ ਨਾਲ ਅਸੀਂ ਗਏ ਸੀਗੇ। ਅਸੀਂ ਅੱਜ ਜਾ ਕੇ ਜਦੋਂ ਉੱਥੇ ਗੱਡੀ ਰੋਕੀ ਆ ਤੇ ਟਰੈਲੀਆਂ ਤੇ ਟਰੈਕਟਰ ਜਿਹੜੇ ਉਹਨਾਂ ਨੇ ਭਜਾਉਣੇ ਸ਼ੁਰੂ ਕਰ ਦਿੱਤੇ, ਤੇ ਸਿੱਧੀ ਟਰੈਕਟਰ ਲਿਆ ਕੇ ਸਾਡੀ ਗੱਡੀ ਦੇ ਵਿੱਚ ਇਹਨਾਂ ਨੇ ਮਾਰਿਆ। ਅੱਛਾ ਭਾਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਘੰਟੇ ਤੋਂ ਉੱਪਰ ਸਮਾਂ ਹੋ ਗਿਆ, ਹੁਣ ਲੱਗਦਾ ਕਿ ਕਾਰਵਾਈ ਹੋਊਗੀ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਾਲ ਤੱਕ ਡਿਊਟੀ ਅਫਸਰ ਨਹੀਂ ਹੈ, ਤੇ ਫਿਰ ਕਾਰਵਾਈ ਕਿਵੇਂ ਹੋਊਗੀ? ਕਾਰਵਾਈ ਦਾ ਹਜੇ ਤੱਕ ਸਾਨੂੰ, ਮੈਂ ਜਦੋਂ ਤੁਹਾਨੂੰ ਕਹਿ ਦਿੱਤਾ ਵੀ ਸਾਰੀ ਦਾਲ ਕਾਲੀ ਹੈ। ਇਹ ਥੱਲੇ ਤੋਂ ਲੈ ਕੇ ਉੱਪਰ ਤੱਕ ਮਾਈਨਿੰਗ ਦੇ ਮੁਲਾਜ਼ਮ, ਥੱਲੇ ਤੋਂ ਲੈ ਕੇ ਉੱਪਰ ਤੱਕ ਪੁਲਿਸ ਦੇ ਮੁਲਾਜ਼ਮ, ਐਮਐਲਏ ਦੀ ਸ਼ਹਿ ਤੇ ਸਾਰੇ ਇਹ ਜਿਹੜੇ ਇਲੀਗਲ ਮਾਈਨਿੰਗ ਕਰਦੇ ਨੇ, ਜਿਹੜਾ ਮਾਫੀਆ ਚਲਾਉਂਦੇ ਨੇ, ਸਾਰੇ ਰਲੇ ਹੋਏ ਨੇ। ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖੀਆਂ ਹੈਗੀਆਂ ਨੇ ਸ਼ਾਹਕੋਟ ਹਲਕੇ ਦੀਆਂ ਨੇ। ਕਿਵੇਂ ਇਹ ਸਾਰਾ ਕੁਝ ਵਾਪਰਿਆ, ਕਿਵੇਂ ਉੱਥੇ ਸਾਰਾ ਮਾਹੌਲ ਬਣਿਆ। ਉਸ ਤੋਂ ਬਾਅਦ ਹੁਣ ਥਾਣੇ ਦੇ ਬਾਹਰ ਜਦੋਂ ਖੜੇ ਆ, ਤਕਰੀਬਨ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ। ਜਿਵੇਂ ਹਲਕੇ ਦੇ ਆਗੂ ਆਖ ਰਹੇ ਨੇ ਕਿ ਪੁਲਿਸ ਦਾ ਕੋਈ ਅਫਸਰ ਅੰਦਰ ਮੌਜੂਦ ਨਹੀਂ ਹੈ। ਕਿਹਦੇ ਨਾਲ ਗੱਲ ਕੀਤੀ ਜਾਵੇ ਤਾਂ ਅਜਿਹੇ ਦੇ ਵਿੱਚ ਕਾਰਵਾਈ ਦੀ ਕੀ ਆਸ ਕੀਤੀ ਜਾ ਸਕਦੀ ਹੈ, ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਸੋ ਸਿੱਧਾ ਸਰਕਾਰ ਦੇ ਦਾਅਵਿਆਂ ਦੀਆਂ ਪੋਲ ਖੋਲ੍ਹਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਇੱਕ ਪਾਸੇ ਸਰਕਾਰ ਦੇ ਵੱਲੋਂ ਸਾਰੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਜ਼ਮੀਨੀ ਹਕੀਕਤ ਕੀ ਹੈ ਇਹ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਸੀ, ਪੀਟੀਸੀ ਨਿਊਜ਼ ਸ਼ਾਹਕੋਟ। ਔਰ ਪਤਰਸ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਨਾਲ ਗੱਲ ਕਰਦੇ ਹਾਂ ਜੋ ਰਾਤ ਪਰ ਇਸ ਪੂਰੀ ਜੋ ਘਟਨਾ ਉੱਥੇ ਜਿਸ ਤਰ੍ਹਾਂ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਸੀ ਉਸ ਨੂੰ ਆਪਣੇ ਵੀਡੀਓ ਵਿੱਚ ਕੈਦ ਕਰ ਰਹੇ ਸਨ। ਪਤਰਸ, ਇਹ ਨਜਾਇਜ਼ ਮਾਈਨਿੰਗ ਦਾ ਮੁੱਦਾ ਲਗਾਤਾਰ ਚੱਲਦਾ ਹੈ, ਇਸ ਨੂੰ ਲੈ ਕੇ ਲਗਾਤਾਰ ਕਈ ਵਾਰ ਅਸੀਂ ਖਬਰਾਂ ਚਲਾਈਆਂ ਨੇ, ਲੇਕਿਨ ਜਿਸ ਤਰ੍ਹਾਂ ਦੇ ਨਾਲ ਬੀਤੀ ਰਾਤ ਇਹ ਸਭ ਕੁਝ ਤੁਸੀਂ ਆਪਣੇ ਕੈਮਰੇ 'ਚ ਕੈਦ ਕੀਤਾ ਔਰ ਕਿਸ ਤਰ੍ਹਾਂ ਦੇ ਨਾਲ ਅਧਿਕਾਰੀ ਮੌਕੇ ਤੇ ਨਹੀਂ ਪਹੁੰਚ ਰਹੇ ਸਨ, ਵਾਰ-ਵਾਰ ਫੋਨ ਕਰਨ ਤੇ ਵੀ ਇੰਨੀ ਦੇਰੀ ਦੇ ਨਾਲ ਆਏ। ਇਲਾਕੇ ਦੇ ਲੋਕ ਸਾਫ਼ ਤੌਰ ਤੇ ਕਹਿ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਦੇ ਨਾਲ ਨਾ ਸਿਰਫ ਜਿਹੜੇ ਮੰਤਰੀ ਉੱਥੇ ਦੇ ਨੇ, ਬਲਕਿ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੀ ਡਿਊਟੀ ਹੈ ਕਿ ਅਜਿਹੀਆਂ ਚੀਜ਼ਾਂ ਤੇ ਚੈੱਕ ਕੀਤਾ ਜਾਏ, ਉਹ ਵੀ ਸਵਾਲਾਂ ਦੇ ਘੇਰੇ 'ਚ ਆ ਰਹੇ। ਦੇਖੋ ਰਦਾ, ਇਹ ਜਿਹੜਾ ਰਾਤ ਦਾ ਘਟਨਾਕ੍ਰਮ ਹੋਇਆ ਇਸ ਦੇ ਵਿੱਚੋਂ ਤਕਰੀਬਨ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੀ ਨਾ ਤਾਂ ਅਧਿਕਾਰੀਆਂ ਨੂੰ ਪਰਵਾਹ, ਨਾ ਲੋਕਾਂ ਨੂੰ ਪਰਵਾਹ, ਨਾ ਵਿਧਾਇਕਾਂ ਨੂੰ, ਔਰ ਨਾ ਜਿਹੜੇ ਨਜਾਇਜ਼ ਧੰਦੇ ਕਰਨ ਵਾਲੇ ਉਹਨਾਂ ਨੂੰ ਕੋਈ ਡਰ ਹੈਗਾ। ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ 24-25 ਅਪ੍ਰੈਲ ਦਾ ਉਹ ਦਿਨ ਜਦੋਂ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਨਜਾਇਜ਼ ਮਾਈਨਿੰਗ ਦੇ ਉੱਤੇ ਸਖਤੀ ਕਰ ਰਹੇ ਹਾਂ ਔਰ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 7:30 ਵਜੇ ਤੱਕ ਜਿਹੜੀ ਹੈ ਸਿਰਫ ਤੇ ਸਿਰਫ ਮਾਈਨਿੰਗ ਹੋਏਗੀ ਉਹ ਜਾਇਜ਼, ਔਰ 7:30 ਤੋਂ ਬਾਅਦ, ਰਾਤ ਦੇ 7:30 ਤੋਂ ਬਾਅਦ ਸਵੇਰ ਦੇ 5 ਵਜੇ ਦਰਮਿਆਨ ਕਿਸੇ ਨੂੰ ਵੀ ਮਾਈਨਿੰਗ ਕਰਨ ਦੀ ਪ੍ਰਵਾਨਗੀ ਨਹੀਂ ਹੋਵੇਗੀ, ਚਾਹੇ ਉਹ ਜਾਇਜ਼ ਕੰਮ ਕਰ ਰਿਹਾ। ਔਰ ਇੱਥੇ ਤਾਂ ਕੰਮ ਹੀ ਜਿਹੜਾ ਰਾਤ ਦੇ 7:30 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਔਰ ਤੜਕੇ ਤੱਕ ਚੱਲਦਾ, ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਨਜਾਇਜ਼ ਹੈ। ਔਰ ਰਾਤ ਦੇ ਹਨੇਰੇ ਦੇ ਵਿੱਚ ਕਿਵੇਂ ਟਰਾਲੀਆਂ ਭਰੀਆਂ ਜਾਂਦੀਆਂ ਨੇ, ਕਿਵੇਂ ਪੁਲਿਸ ਦੇ ਕੋਲੋਂ ਦੀ, ਪੁਲਿਸ ਦੇ ਨਾਕਿਆਂ ਦੇ ਕੋਲੋਂ ਦੀ ਸਾਰਾ ਕੁਝ ਲੰਘਦਾ। ਸੋ ਵੱਡੇ ਸਵਾਲ ਉੱਠਣੇ ਲਾਜ਼ਮੀ ਨੇ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜੇਕਰ ਤੁਸੀਂ ਨਜਾਇਜ਼ ਕੰਮ ਨੂੰ ਰੋਕਣ ਦੇ ਵਾਸਤੇ ਜਾਂਦੇ ਹੋ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਸੀਂ ਪੁਲਿਸ ਨੂੰ ਸੱਦੋਗੇ ਤੇ ਪੁਲਿਸ ਤੁਰੰਤ ਤੁਹਾਡੀ ਕਾਲ ਦੇ ਉੱਤੇ ਆ ਜਾਏਗੀ। ਕਿਉਂਕਿ ਜੇਕਰ ਇੱਕ ਪਾਰਟੀ ਦੇ ਲੀਡਰ ਦੇ ਕਹਿਣ ਦੇ ਉੱਤੇ ਪੁਲਿਸ 1 ਘੰਟੇ ਬਾਅਦ ਆਉਂਦੀ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਵਿਅਕਤੀ ਜਿਹੜਾ ਕਿਸੇ ਅਜਿਹੇ ਕੰਮ ਦੇ ਖਿਲਾਫ ਆਵਾਜ਼ ਉਠਾਏਗਾ ਤਾਂ ਉਸ ਦਾ ਹਸ਼ਰ ਕੀ ਹੋਏਗਾ। ਰਾਤ ਗਨੀਮਤ ਇਹ ਰਹੀ ਹੈ ਕਿ ਜਿਹੜੇ ਇਸ ਪਾਸੇ ਦੇ ਲੋਕ ਸਨ, ਜਿਹੜੇ ਲੋਕ ਮਾਈਨਿੰਗ ਰਕਾਉਣ ਗਏ ਸਨ, ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਜੇਕਰ ਇਹਨਾਂ ਲੋਕਾਂ ਦੀ ਗਿਣਤੀ ਘੱਟ ਹੁੰਦੀ ਤਾਂ ਜਿਵੇਂ ਦੂਸਰੇ ਪਾਸੇ ਤੋਂ ਲੋਕ ਹਮਲਾਵਰ ਰੁਖ ਦੇ ਵਿੱਚ ਆਏ ਸਨ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਆਪਣੇ ਵੱਲੋਂ ਪੂਰੀ ਤਿਆਰੀ ਕਰਕੇ ਆਏ ਸਨ ਰਾਤ ਦੇ ਹਨੇਰੇ ਦੇ ਵਿੱਚ। ਸੋ ਇਹ ਸਾਰੀਆਂ ਤਸਵੀਰਾਂ ਬਿਆਨ ਕਰਨ ਦੇ ਜਿਹੜੀਆਂ ਕਰ ਰਹੀਆਂ ਨੇ ਕਿ ਕਿਵੇਂ ਪੰਜਾਬ ਦੇ ਵਿੱਚ ਜਿਹੜੇ ਨਜਾਇਜ਼ ਧੰਦੇ ਚੱਲ ਰਹੇ ਨੇ। ਬੇਸ਼ੱਕ ਮੁੱਖ ਮੰਤਰੀ ਸਾਹਿਬ ਦਾਅਵੇ ਕਰ ਰਹੇ ਨੇ, ਬੇਸ਼ੱਕ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ ਉਹਦੇ ਜਿਹੜੇ ਡਾਇਰੈਕਟੋਰੇਟ ਸਾਹਿਬ ਹੈਗੇ ਨੇ ਉਹ ਆਖ ਰਹੇ ਨੇ ਕਿ ਅਸੀਂ ਪਰਚੇ ਦਰਜ ਕਰ ਰਹੇ ਹਾਂ, ਟਰੈਕਟਰ ਟਰਾਲੀਆਂ ਟਿੱਪਰ ਜਿਹੜੇ ਜ਼ਬਤ ਕਰ ਰਹੇ ਹਾਂ। ਪਰ ਸਥਿਤੀ ਜਿਹੜੀ ਹੈ ਸਭ ਦੇ ਸਾਹਮਣੇ ਹੈ। ਰਾਤ ਦੇ ਹਨੇਰੇ ਦੇ ਵਿੱਚ ਨਾ ਸਿਰਫ ਸਰਕਾਰ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਇਆ ਜਾ ਰਿਹਾ, ਬਲਕਿ ਧੜੱਲੇ ਦੇ ਨਾਲ, ਪੂਰੀ ਬਦਮਾਸ਼ੀ ਦੇ ਨਾਲ ਜਿਹੜਾ ਆ ਇਹ ਨਜਾਇਜ਼ ਧੰਦਾ ਚੱਲ ਰਿਹਾ। ਔਰ ਜਿਹੜੇ ਲੋਕ ਉੱਥੇ ਜਾਂਦੇ ਨੇ ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ, ਉੱਥੋਂ ਭਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਡਰਾ ਕੇ
ਲਾਠੀਆਂ ਡੰਡੇ ਹਥਿਆਰ ਦਿਖਾ ਕੇ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਜਿਹੜੇ ਲੋਕ ਮਾਈਨਿੰਗ ਰੁਕਵਾਉਣ ਗਏ ਸਨ ਉਹਨਾਂ ਦੀ ਦੂਸਰੇ ਪਾਸੇ ਦੇ ਲੋਕਾਂ ਨਾਲੋਂ ਗਿਣਤੀ ਜ਼ਿਆਦਾ ਸੀ। ਜੇਕਰ ਇਹ ਲੋਕਾਂ ਦੀ ਗਿਣਤੀ ਘੱਟ ਹੁੰਦੀ ਤਾਂ ਰਾਤ ਨੂੰ ਉੱਥੇ ਕੁਝ ਵੀ ਹੋ ਸਕਦਾ ਸੀ, ਕਿਸੇ ਦਾ ਵੀ ਜਾਨੀ ਨੁਕਸਾਨ ਉੱਥੇ ਹੋ ਸਕਦਾ ਸੀ। ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਹੈ। ਔਰ ਡਿਊਟੀ ਅਫਸਰ ਜਿਨ੍ਹਾਂ ਨੂੰ ਵਾਰ-ਵਾਰ ਫੋਨ ਕੀਤਾ ਗਿਆ ਉਹ ਹੀ ਨਹੀਂ ਪਹੁੰਚੇ। ਪਹਿਲੀ ਗੱਲ ਤਾਂ ਲੇਟ ਪਹੁੰਚੇ, ਔਰ ਜਦੋਂ ਥਾਣੇ ਦੇ ਵਿੱਚ ਤਕਰੀਬਨ ਕਾਫੀ ਦੇਰ ਤੱਕ ਲੋਕ ਬੈਠੇ ਰਹੇ ਨੇ, ਉਸ ਦੇ ਬਾਵਜੂਦ ਡਿਊਟੀ ਅਫਸਰ ਨਹੀਂ ਉੱਥੇ ਪਹੁੰਚੇ। ਤਾਂ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਰਵਾਈ ਕਿਸ ਤਰ੍ਹਾਂ ਦੀ ਹੋਏਗੀ ਜਾਂ ਕਿੰਨੀ ਕੁ ਜਿਹੜੀ ਹੈ ਪਾਰਦਰਸ਼ੀ ਕਾਰਵਾਈ ਹੋਣ ਦੀ ਤੁਸੀਂ ਉਮੀਦ ਲਗਾ ਸਕਦੇ ਹੋ। ਸੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਰਾਤ ਅਸੀਂ ਵਿਖਾਈਆਂ ਨੇ, ਔਰ ਸਾਰੀ ਸਥਿਤੀ ਆ ਜਿਹੜੀ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਕੇ ਲੋਕਾਂ ਨੂੰ ਦਿਖਾਈ ਹੈ ਕਿ ਧਰਾਤਲ ਦੇ ਉੱਤੇ ਕੀ ਹਾਲਾਤ ਹੈਗੇ ਨੇ ਪੰਜਾਬ ਦੇ ਇਸ ਵਕਤ, ਕਿੰਨੇ ਧੜੱਲੇ ਦੇ ਨਾਲ, ਕਿੰਨੀ ਬਦਮਾਸ਼ੀ ਦੇ ਨਾਲ ਜਿਹੜੇ ਆ ਨਜਾਇਜ਼ ਧੰਦੇ ਜਿਹੜੇ ਆ ਪੰਜਾਬ ਦੇ ਵਿੱਚ ਸ਼ਰੇਆਮ ਚੱਲ ਰਹੇ ਨੇ। ਜੀ ਪਤਰਸ, ਸ਼ੁਕਰੀਆ ਫਿਲਹਾਲ ਦੀ ਜਾਣਕਾਰੀ।